ਅਕਾਲ ਪੁਰਖ ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਦੇ ਰਾਹੀਂ ਜੋ ਆਪਾਂ ਨੂੰ ਬ੍ਰਹਮ ਦਾ ਭੇਦ ਦੇ ਰਹੇ ਨੇ। ਮਹਾਰਾਜ ਜੀ ਕਹਿੰਦੇ ਨੇ ਕਿ ਭਗਤੀ ਦਾ ਯੁੱਗ ਯੁੱਗ ਦੇ ਵਿੱਚ ਆਧਾਰ ਰਿਹਾ ਹੈ। ਭਗਤੀ ਦੁਆਰਾ ਹੀ ਸਾਧੂ ਸੰਤਾਂ ਨੇ ਉਸ ਮਾਲਕ ਦੇ ਨਾਲ ਮਿਲਾਪ ਕੀਤਾ। ਭਗਤੀ ਦੀ ਲੋੜ ਉਦੋਂ ਪਈ ਜਦੋਂ ਸੰਸਾਰ ਮਾਲਕ ਸੱਚੇ ਪਾਤਸ਼ਾਹ ਦਾ ਸਰੂਪ ਭੁੱਲਣ ਲੱਗਾ। ਉਸ ਵਕਤ ਸੱਚੇ ਪਾਤਸ਼ਾਹ ਨੇ ਆਪ ਦੇ ਨਿੱਜੀ ਖਜ਼ਾਨਿਆਂ ਦੇ ਵਿੱਚੋਂ ਗੁਰਮੁਖ ਸਾਧੂ ਸੰਤਾਂ ਨੂੰ ਇਸ ਸੰਸਾਰ ਦੇ ਵਿੱਚ ਭੇਜ ਕੇ ਤੌਰ ਤਰੀਕੇ ਦੱਸੇ, ਸ਼ਬਦ ਦਾ ਅਭਿਆਸ ਦੱਸਿਆ, ਗਿਆਨ ਦੱਸਿਆ। ਉਹਨਾਂ ਨੇ ਆ ਕੇ ਜੋ ਅਸੀਂ ਨਿਰਾਕਾਰ ਦੀ ਪਹਿਚਾਨ ਨੂੰ ਭੁੱਲਦੇ ਜਾ ਰਹੇ ਸੀ, ਜੋ ਆਕਾਰ ਦੇ ਨਾਲ ਆਪਾਂ ਪਿਆਰ ਪਾ ਲਿਆ, ਸੰਸਾਰ ਦੇ ਨਾਲ ਆਪਾਂ ਪਿਆਰ ਪਾ ਲਿਆ, ਉਸ ਝੂਠੇ ਪਿਆਰ ਨੂੰ ਤੋੜਨ ਦੇ ਲਈ ਸਾਨੂੰ ਯਤਨ ਕਰਵਾਏ। ਉਸ ਅਵਸਥਾ ਨੂੰ ਮਾਲਕ ਸੱਚੇ ਪਾਤਸ਼ਾਹ ਭਗਤੀ ਕਹਿੰਦੇ ਨੇ। ਮਹਾਰਾਜ ਕਹਿੰਦੇ ਸਾਧੂ ਸਤਜੁਗ ਬੀਤਿਆ, ਅਧ ਸੀਲੀ ਤ੍ਰੇਤਾ ਆਇਆ, ਨੱਚੀ ਕਲ ਸਰੋ ਸਰੀ, ਕਲ ਨਾਰਦ ਡੌਰੂ ਆਇਆ। ਅਭਿਮਾਨ ਉਤਾਰਨ ਦੇਵਤਿਆਂ ਮਹਿਕਾ ਸੁਰ, ਸੁੰਡ ਉਪਾਇਆ, ਜੀਤ ਲੀਏ ਤਿਨ ਦੇਵਤੇ, ਤਿਹ ਲੋਕੀ ਰਾਜ ਕਮਾਇਆ। ਮਹਾਰਾਜ ਜੀ ਕਹਿੰਦੇ ਸਤਜੁਗ ਦਾ ਜਿਹੜਾ ਪਹਿਰਾ ਸੀਗਾ, ਜਿੰਨਾ ਵੀ ਸਤਜੁਗ ਦਾ ਸਮਾਂ ਰਿਹਾ, ਉਹਦੇ ਵਿੱਚ ਸਾਧੂ ਸਰਬ ਸ੍ਰੇਸ਼ਟ ਰਹੇ। ਸਾਧ ਬਿਰਤੀ ਦੇ ਨਾਲ ਸਾਰਾ ਸਤਜੁਗ ਬੀਤਿਆ। ਪਰ ਜਿਵੇਂ ਜਿਵੇਂ ਸਾਧ ਯੁੱਗ ਦੇ ਵਿੱਚ ਰਹਿੰਦਿਆਂ, ਭਗਤੀ ਕਰਦਿਆਂ, ਜਿਨ੍ਹਾਂ ਦਿਨਾਂ ਦੇ ਵਿੱਚ ਬੜੀਆਂ ਲੰਮੀਆਂ ਉਮਰਾਂ, ਨਾ ਘਰ ਨਾ ਬਾਹਰ, ਨਾ ਤ੍ਰਿਸ਼ਨਾ ਸੀ, ਨਾ ਦੁਬਿਧਾ ਸੀ, ਜਿਵੇਂ ਜਿਵੇਂ ਉਹ ਸਮਾਂ ਬੀਤਦਾ ਗਿਆ, ਸਹਿਜ ਟੁੱਟਦੀ ਗਈ, ਦੁਬਿਧਾ ਆਉਂਦੀ ਗਈ, ਤੇ ਮਹਾਰਾਜ ਜੀ ਕਹਿੰਦੇ ਫਿਰ ਸੰਜਮ ਜਦੋਂ ਖਤਮ ਹੋਈ ਤਾਂ ਤ੍ਰੇਤਾ ਯੁੱਗ ਸ਼ੁਰੂ ਹੋ ਗਿਆ। ਜਿਵੇਂ ਤ੍ਰੇਤੇ ਤੋਂ ਬਾਅਦ ਹੋਰ ਕਲੇਸ਼ ਵਧਿਆ ਤਾਂ ਦੁਆਪਰ ਆ ਗਿਆ। ਔਰ ਜਦੋਂ ਕਲੇਸ਼ ਦਾ ਸਿਰਮੌਰ ਨਾਰਦ ਨੇ ਡੌਰੂ ਵਜਾ ਦਿੱਤਾ, ਪੂਰਾ ਖੇਲ ਪ੍ਰਗਟ ਹੋ ਗਿਆ, ਉਦੋਂ ਕਲਯੁਗ ਆ ਗਿਆ। ਮਹਾਰਾਜ ਕਹਿੰਦੇ ਵੀ ਜੇ ਭਗਤੀ, ਇਹਦਾ ਸਿੱਟਾ ਇਹ ਕੱਢਦੇ ਨੇ, ਜਦੋਂ ਜਦੋਂ ਭਗਤੀ ਸ਼ਬਦ ਦਾ ਪਹਿਰਾ, ਨਾਮ ਸੱਚ ਦੀ ਵਡਿਆਈ ਘਟਦੀ ਹੈ, ਉਦੋਂ ਉਦੋਂ ਯੁੱਗ ਪਲਟ ਜਾਂਦਾ। ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚੋਂ ਹੀ ਲਾ ਲਈਏ, ਜਿੰਨੀ ਦੇਰ ਤੱਕ ਸਾਡੇ ਪਰਿਵਾਰ ਦੇ ਵਿੱਚ ਇੱਕ ਮੁਖੀ ਹੋਏਗਾ, ਉਹ ਮੁਖੀ ਸਾਨੂੰ ਕਰਮ ਦੇ ਨਾਲ ਨਾਲ ਸ਼ਬਦ ਦਾ ਅਭਿਆਸ, ਸੱਚ, ਗੁਰਬਾਣੀ, ਗੁਰਮਤ, ਜੋ ਗੁਰੂ ਦੇ ਉਪਦੇਸ਼ ਨੇ, ਉਹਨਾਂ ਦੇ ਨਾਲ ਲੈ ਕੇ ਪਰਿਵਾਰ ਨੂੰ ਸਾਰੀ ਸਿੱਖਿਆ ਦੇਗਾ, ਕਰਮ ਦੀ ਵੀ ਜਾਂਚ ਸਿਖਾਏਗਾ, ਉਨੀ ਦੇਰ ਤੱਕ ਉਸ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ। ਜਿਵੇਂ ਜਿਵੇਂ ਪਰਿਵਾਰ ਦੇ ਵਿੱਚੋਂ ਸ਼ਬਦ ਦਾ, ਨਾਮ ਸੱਚ ਦਾ ਪਹਿਰਾ ਘਟਦਾ ਜਾਏਗਾ, ਪਰਿਵਾਰ ਦੇ ਵਿੱਚ ਦੁੱਖ ਕਲੇਸ਼ ਵੜ ਜਾਣਗੇ। ਬੱਚੇ ਜਿਹੜੇ ਆ ਉਹ ਹੰਕਾਰ ਵਸ ਹੋ ਕੇ ਚੱਲਣ ਲੱਗ ਪੈਣਗੇ, ਤ੍ਰਿਸ਼ਨਾ ਵਸ ਚੱਲਣ ਲੱਗ ਪੈਣਗੇ। ਇਸੇ ਤਰੀਕੇ ਸਾਰਾ ਸੰਸਾਰ ਇੱਕ ਪਰਿਵਾਰ ਹੈ, ਜਿੰਦਾ ਮੁਖੀ ਅਕਾਲ ਪੁਰਖ ਸੱਚੇ ਪਾਤਸ਼ਾਹ ਆਪ ਨੇ। ਉਹ ਹੁਕਮ ਦੇ ਵਿੱਚ ਸਾਰੀ ਖੇਡ ਚਲਾਉਂਦੇ ਪਏ ਆ, ਤੇ ਜਿਵੇਂ ਜਿਵੇਂ ਅਸੀਂ ਹੁਕਮ ਤੋਂ ਵਾਕੀ ਹੁੰਦੇ ਜਾਵਾਂਗੇ, ਉਵੇਂ ਉਵੇਂ ਸਾਡੇ ਇਸ ਸੰਸਾਰ ਰੂਪੀ ਪਰਿਵਾਰ ਦੇ ਵਿੱਚ ਦੁਬਿਧਾ ਪੈਂਦੀ ਜਾਂਦੀ, ਉਵੇਂ ਉਵੇਂ ਘਾਟਾ ਪੈਂਦਾ ਜਾਂਦਾ। ਫਿਰ ਜਦੋਂ ਪਰਿਵਾਰ ਦੇ ਵਿੱਚ ਫੁੱਟ ਪੈ ਜਾਵੇ, ਤਾਂ ਜੋ ਸਿਆਣੇ ਨੇ ਉਹ ਕਹਿੰਦੇ ਆ ਵੀ ਇਹਨਾਂ ਨੂੰ ਇਕੱਠੇ ਕਰੀਏ, ਇਹਨਾਂ ਦੀਆਂ ਦੁਬਿਧਾਵਾਂ ਖਤਮ ਕਰੀਏ, ਇਹਨਾਂ ਦੇ ਧੜੇ ਖਤਮ ਕਰੀਏ। ਤੇ ਮਹਾਰਾਜ ਨੇ ਕਿਹਾ ਵੀ ਜਦੋਂ ਕੋਈ ਵੱਡੀ ਤੋਂ ਵੱਡੀ ਦੁਬਿਧਾ ਪੈ ਜਾਵੇ, ਧੜੇ ਬਣ ਜਾਣ, ਕੋਈ ਵੀ ਵੱਡੇ ਤੋਂ ਵੱਡਾ ਦੁੱਖ ਆ ਜਾਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਬਿਧਾ ਦੂਰ ਕਰੋ ਲਿਵ ਲਾਏ। ਉਹ ਲਿਵ ਲਾ ਕੇ ਦੁਬਿਧਾ ਜਿਹੜੀ ਹੈ ਦੂਰ ਹੋ ਸਕਦੀ ਹੈ।
ਕਿਵੇਂ ਲਿਵ ਲਾਉਣੀ ਹੈ? ਕਹਿੰਦੇ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਸ਼ਾਏ। ਇੱਕ ਪਰਿਵਾਰ ਤੋਂ ਲੈ ਕੇ, ਸਾਡੇ ਮਨ ਤੋਂ ਲੈ ਕੇ, ਸਰੀਰ ਤੋਂ ਲੈ ਕੇ ਪੂਰੇ ਸੰਸਾਰ ਤੱਕ ਜੇ ਆਪਾਂ ਦੁਬਿਧਾ ਖਤਮ ਕਰਨੀ ਚਾਹੁੰਦੇ ਆ, ਤੇ ਉਹ ਜੇ ਆਪਾਂ ਸ਼ਬਦ ਦੇ ਅਭਿਆਸ ਦੇ ਨਾਲ ਸਾਰਿਆਂ ਦੀਆਂ ਸੁਰਤੀਆਂ ਜੋੜ ਦਈਏ, ਇਕੱਥ ਦਾ ਗਿਆਨ ਦੇ ਦਈਏ ਵੀ ਏਕ ਪਿਤਾ ਏਕਸ ਕੇ ਹਮ ਮਾਰਗ, ਤੇ ਸਾਰੇ ਸੰਸਾਰ ਦੇ ਵਿੱਚ ਦੁਬਿਧਾ ਖਤਮ ਹੋ ਸਕਦੀ। ਹੁਣ ਸੰਸਾਰ ਜਿਹੜਾ ਹੈ ਉਹ ਵੱਖੋ ਵੱਖਰੇ ਗਿਆਨ ਦੇ ਵਿੱਚ ਫਸ ਗਿਆ, ਵੱਖੋ ਵੱਖਰੀਆਂ ਮਰਿਆਦਾਵਾਂ ਦੇ ਵਿੱਚ ਫਸ ਗਿਆ, ਤੇ ਇੰਨਾ ਦ੍ਰਿੜ ਕਰ ਲਿਆ, ਕੋਈ ਆਪਦੇ ਆਪ ਨੂੰ ਹਿੰਦੂ ਕਹਿੰਦਾ ਪਿਆ, ਕੋਈ ਮੁਸਲਮਾਨ ਕਹਿ ਰਿਹਾ, ਕੋਈ ਸਿੱਖ ਕਹਿ ਰਿਹਾ, ਕੋਈ ਈਸਾਈ ਕਹਿ ਰਿਹਾ, ਕੋਈ ਜੈਨੀ, ਕੋਈ ਬੋਧੀ, ਕੋਈ ਵੈਸਟਰਨ, ਕੋਈ ਏਸ਼ੀਅਨ, ਕੋਈ ਯੂਰੋਪੀਅਨ। ਇਸ ਤਰ੍ਹਾਂ ਆਪਾਂ ਵੱਖਰੇ ਵੱਖਰੇ ਕਲਚਰ ਦੇ ਵਿੱਚ ਵੰਡੇ ਗਏ। ਪਿੱਛੇ ਜੀ ਜਦੋਂ ਕਰੋਨਾ ਆਇਆ ਸੀਗਾ, ਆਪਾਂ ਦੇਖਿਆ ਸੀਗਾ ਬਿਰਤੀ ਸਾਰਿਆਂ ਦੀ ਇੱਕ ਹੀ ਆ, ਵੀ ਜਦੋਂ ਦੁੱਖ ਆਉਂਦਾ ਹੈ ਸਾਰੇ ਡਰਦੇ ਨੇ, ਸਾਰੇ ਚਾਹੁੰਦੇ ਨੇ ਕਿ ਸਾਰਾ ਵਰਲਡ ਚਾਹੁੰਦਾ ਸੀ ਸੁੱਖ ਆਵੇ, ਸਾਨੂੰ ਆਜ਼ਾਦੀ ਮਿਲੇ, ਦੁੱਖ ਨਾ ਆਵੇ। ਕੋਈ ਇਹੋ ਜਿਹਾ ਵੀ ਸੀਗਾ ਜਿਨ੍ਹਾਂ ਨੇ ਕਾਮਨਾ ਕੀਤੀ ਹੋਵੇ ਵੀ ਚੰਗਾ ਦੁੱਖ ਆ ਗਿਆ? ਸਾਰੇ ਰੋਂਦੇ ਸੀਗੇ ਸਾਨੂੰ ਪੈਸੇ ਦਾ, ਬਿਜ਼ਨਸ ਦਾ ਲਾਸ ਹੋ ਗਿਆ। ਸਾਰਾ ਵਰਲਡ ਚਾਹੁੰਦਾ ਸੀਗਾ ਵੀ ਸਾਡੀ ਇਕਨੋਮੀ ਡਾਊਨ ਨਾ ਜਾਵੇ। ਸਾਰੇ ਵਰਲਡ ਦੇ ਵਿੱਚੋਂ ਇੱਕੋ ਹੀ ਖਬਰ ਆ ਰਹੀ ਸੀਗੀ ਜਦੋਂ ਪਿੱਛੇ ਵਿਪਤਾ ਆਈ ਹੈ। ਮਤਲਬ ਸਾਰੇ ਸੰਸਾਰ ਦਾ ਵਿਚਾਰ ਫੁਰਨਾ ਇੱਕ ਹੀ ਹੈ। ਵਿਚਾਰ ਫੁਰਨਾ ਇੱਕ ਇਸ ਕਰਕੇ ਕਿਉਂਕਿ ਇੱਕੋ ਘਰ ਦੇ ਆਪਾਂ ਬੱਚੇ ਆ, ਇੱਕੋ ਘਰ ਦੇ ਵਿੱਚੋਂ ਆਪਾਂ ਨਿਕਲੇ ਆ, ਮਾਤਾ ਪਿਤਾ ਵੀ ਆਪਣਾ ਇੱਕ ਹੈ, ਪਰ ਉਸ ਦਰਗਾਹ ਨੂੰ ਪੰਜਾਂ ਦੂਤਾਂ ਦੇ ਵਸ ਵਿਚਾਰਾਂ ਦੇ ਵਿੱਚ ਪੈ ਕੇ ਆਪਾਂ ਭੁੱਲਣ ਕਰਕੇ ਆਪਣੇ ਵਿੱਚ ਸਾਰੇ 'ਚ ਦੁਬਿਧਾ ਆ ਗਈ। ਕਿਸੇ ਨੇ ਆਪਦਾ ਕਲਚਰ ਵੱਖਰਾ ਕਰਕੇ ਆਪਦੇ ਆਪ ਨੂੰ ਸਰਵਸ਼੍ਰੇਸ਼ਠ ਕਿਹਾ, ਕਿਸੇ ਨੇ ਜਾਤ ਮਜ਼ਹਬ ਵੱਖਰੀ ਕਰ ਲਈ ਹੈ, ਕਿਸੇ ਦੀ ਭਾਸ਼ਾ, ਕਿਉਂਕਿ ਜਿਵੇਂ ਜਿਵੇਂ ਖੇਤਰਫਲ ਦੇ ਵਿੱਚ ਆਪਾਂ ਜਾਂਦੇ ਹਾਂ, ਭੂਗੋਲ ਬਦਲਦਾ ਜਾਂਦਾ ਹੈ, ਭਾਸ਼ਾ ਕਲਚਰ ਵੱਖਰਾ ਵੱਖਰਾ ਹੁੰਦਾ ਜਾਂਦਾ ਹੈ। ਇਸ ਕਰਕੇ ਕੋਈ ਭਾਸ਼ਾ ਦੇ ਨਾਮ ਤੇ ਅਲੱਗ ਹੈ, ਕੋਈ ਬੋਲਣ ਦੇ ਨਾਮ ਤੇ ਅਲੱਗ ਹੈ, ਕੋਈ ਕਲਚਰ ਦੇ ਨਾਮ ਤੇ ਅਲੱਗ ਹੈ ਇੱਕ ਹੀ। ਤੇ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ ਵੀ ਜੇ ਆਪਾਂ ਸ਼ਬਦ ਅਤੇ ਸੱਚ ਦੀ ਲਹਿਰ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰ ਦਈਏ, ਜੋ ਸ਼ਬਦ ਸਾਰਿਆਂ ਦੇ ਅੰਦਰ ਚੱਲਦਾ ਪਿਆ ਹੈ, ਕੋਈ ਵੀ ਐਸਾ ਜੀਵ ਨਹੀਂ ਜਿਹਦੇ ਅੰਦਰ ਸ਼ਬਦ ਨਹੀਂ, ਅੰਮ੍ਰਿਤ ਰਸ ਨਹੀਂ, ਦਸਵੇਂ ਘਰ ਤੋਂ ਰਹਿਤ ਹੋਵੇ, ਸਾਰਿਆਂ ਦੀ ਦੇਹ ਇੱਕੋ ਜਿਹੀ ਆ। ਤੇ ਜਦੋਂ ਪ੍ਰਚਾਰ ਆਪਾਂ ਕਰੀਏ ਆਪਦੇ ਪਰਿਵਾਰ ਤੋਂ, ਪਿੰਡਾਂ ਨਗਰਾਂ ਦੇ ਵਿੱਚੋਂ ਗੁਰਮੰਤਰ ਦਾ ਅਭਿਆਸ ਕਰਕੇ ਕਰਵਾ ਕੇ, ਆਪਾਂ ਉਹ ਅੰਦਰਲਾ ਜਿਹੜਾ ਇੱਕ ਸ਼ਬਦ ਹੈ ਉਹਦੇ ਨਾਲ ਆਪਾਂ ਆਪ ਦੀ ਲਿਵ ਵੀ ਜੋੜੀਏ, ਦੂਜਿਆਂ ਦੀ ਵੀ ਜੋੜੀਏ, ਤੇ ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਖਾਲਸ ਰਾਜ ਪ੍ਰਗਟ ਹੋ ਜਾਏਗਾ। ਸਾਰਾ ਸੰਸਾਰ ਦੁਬਿਧਾ ਤੋਂ ਰਹਿਤ ਹੋ ਜਾਏਗਾ। ਇਹ ਜਿਹੜੇ ਵੱਡੇ ਵੱਡੇ ਹਥਿਆਰ ਬਣੇ ਨੇ, ਪਰਮਾਣੂ ਯੁੱਧ ਜੰਗ ਚੱਲ ਰਹੇ ਨੇ, ਇਕਨੋਮੀਆਂ ਦੇ ਵਿੱਚ ਅਸੀਂ ਫਸੇ ਹਾਂ, ਪੈਸਿਆਂ 'ਚ ਫਸੇ, ਅਸੀਂ ਰਹਿਤ ਹੋ ਜਾਵਾਂਗੇ। ਹੁਣ ਜਿਵੇਂ ਬਹੁਤ ਸਾਰੇ ਜੀਵਾਂ ਦੇ ਮਨ ਦੇ ਵਿੱਚ ਭਰਮ ਹੁੰਦਾ ਹੈ, ਵੱਖੋ ਵੱਖਰੇ ਭਰਮ ਨੇ। ਇੱਕ ਭਰਮ ਜਿਹੜਾ ਸਭ ਤੋਂ ਵੱਡਾ ਚੱਲਦਾ ਪਿਆ ਹੈ ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਇੱਕ ਲਹਿਰ ਚੱਲੀ ਹੋਈ ਏ, ਉਹ ਆਪਾਂ ਨੈਟ ਤੇ ਵੀ ਦੇਖਦੇ ਹਾਂ, ਵੀਡੀਓ ਵੀ ਦੇਖਦੇ ਹਾਂ, ਭਈ ਉਹ ਜੀਵ ਦੇ ਵਿੱਚ ਆ ਕੇ ਕੋਈ ਚੀਜ਼ ਜਿਹੜੀ ਆ, ਕੋਈ ਤਾਕਤ ਬੋਲਣ ਲੱਗਦੀ ਹੈ, ਉਹ ਉੱਚੀ ਉੱਚੀ ਚੀਕਾਂ ਮਾਰਦੇ ਨੇ, ਤੇ ਉਹ ਉਹਦਾ ਇੰਟਰਵਿਊ ਲੈਂਦੇ ਨੇ, ਹਾਂ ਵੀ ਤੂੰ ਕੌਣ ਹੈ, ਬੋਲ ਕੌਣ ਹੈ ਤੂੰ? ਉਹ ਕਹਿੰਦੇ ਜੀ ਇਹਦੇ ਵਿੱਚ ਭੂਤ ਆ ਗਿਆ। ਆਪਾਂ ਦੇਖਦੇ ਹਾਂ ਇੰਟਰਨੈਟ ਮੀਡੀਆ ਤੇ ਬਹੁਤ ਸਾਰਾ, ਜਿਹੜਾ ਸਾਡੇ ਨਹੀਂ ਆਲ ਅਰਾਊਂਡ ਇੰਡੀਆ ਤੇ ਵਰਲਡ ਦੇ ਵਿੱਚ ਵੀ ਇਹ ਇੱਕ ਇੰਨਾ ਵੱਡਾ ਧੰਦਾ ਚੱਲਦਾ ਪਿਆ ਵੀ ਇਹਦੇ ਵਿੱਚ ਪ੍ਰੇਤ ਵੜ ਗਿਆ ਹੈ, ਆਤਮਾ ਵੜ ਗਈ ਹੈ, ਇਹਦੇ ਵਿੱਚ ਭੂਤ ਵੜ ਗਿਆ ਹੈ, ਜਿੰਨ ਆਉਂਦਾ ਜੀ, ਉਹਦੇ ਪਾਉਣ ਆਉਂਦੀ ਉਹਦੇ ਵਿੱਚ। ਤੇ ਅਗਿਆਨਤਾ ਬਸ ਲੱਖਾਂ ਰੁਪਏ ਖਰਚ ਹੋ ਰਹੇ ਨੇ, ਜੋ ਜੀਵ ਇਹ ਕਹਿੰਦੇ ਨੇ ਵੀ ਅਸੀਂ ਇਹਦਾ ਇਲਾਜ ਕਰਾਂਗੇ। ਲੱਖਾਂ ਘਰ ਉਜੜਦੇ ਪਏ ਨੇ, ਲੱਖਾਂ ਜ਼ਿੰਦਗੀਆਂ ਉਜੜਦੀਆਂ ਪਈਆਂ ਨੇ ਇਸੇ ਨਾਮ ਤੇ। ਇੰਨਾ ਭੈ ਡਰ ਕਿ ਜੀਵ ਕਹਿੰਦੇ ਨੇ ਜੀ ਇਹਦੇ ਵਿੱਚ ਪ੍ਰੇਤ ਆ ਗਿਆ। ਜਦੋਂ ਆਪਾਂ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰਦੇ ਹਾਂ ਬਈ ਇਹ ਇਸ ਤਰ੍ਹਾਂ ਆ ਮਾਜਨਾ ਹੈ, ਇਸ ਕਰਕੇ ਉਹ ਇੱਥੋਂ ਤੱਕ ਕਹਿੰਦੇ ਨੇ ਜੀ ਜਿੰਦੇ ਉੱਤੇ ਬੀਤਦੀ ਹੈ ਨਾ ਉਹਨੂੰ ਪਤਾ ਲੱਗਦਾ, ਤੁਹਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ। ਫਲਾਣੇ ਸੰਤਾਂ ਦੀ ਸਾਖੀ ਪਈ ਹੈ, ਉਹਨਾਂ ਨੇ ਵੀ ਮੰਨਿਆ ਜੀ ਪ੍ਰੇਤ ਆ ਜਾਂਦਾ, ਨੈਟ ਤੇ ਵੀ ਆ ਪਿਆ ਜੀ ਪ੍ਰੇਤ ਆ ਜਾਂਦਾ। ਮਤਲਬ ਇਹ ਕੋਈ ਇਹ ਤਾਂ ਨਹੀਂ ਨਾ ਵੀ ਅੱਜ 20-30 ਸਾਲਾਂ ਤੋਂ, ਇਹ ਤਾਂ ਬੜੀ ਪੁਰਾਤਨ ਇੱਕ ਬਿਮਾਰੀ ਸਾਡੇ ਕਲਚਰ ਦੇ ਵਿੱਚ ਵੜ ਗਈ ਹੈ ਕਿ ਭੂਤ ਆ ਜਾਂਦਾ ਮਨ ਦੇ ਵਿੱਚ, ਅੰਦਰ ਵੜ ਜਾਂਦਾ।
ਜਦੋਂ ਗੁਰਬਾਣੀ ਗੁਰੂ ਦੀ ਆਪਾਂ ਵਿਚਾਰ ਕਰਦੇ ਹਾਂ, ਵੇਦਾਂ ਸ਼ਾਸਤਰਾਂ ਦੀ ਕਰਦੇ ਹਾਂ, ਤੇ ਉਹਦੇ ਵਿੱਚ ਤਾਂ ਇਹ ਸਾਰੀ ਚੀਜ਼ ਦਾ ਖੰਡਨ, ਕਾਰਨ ਦੱਸਿਆ ਵੀ ਇਹ ਜੀਵ ਕਿਉਂ ਇਸ ਤਰ੍ਹਾਂ ਹੁੰਦਾ। ਇਹ ਕੋਈ ਅੱਜ ਦਾ ਨਹੀਂ, ਇਹ 500 700 1000 ਸਾਲ ਬੜੇ ਲੰਮੇ ਸਮੇਂ ਤੋਂ ਇਹ ਖੇਡ ਚੱਲਦੀ ਪਈ। ਇਹ ਗੁਰੂ ਨਾਨਕ ਸਾਹਿਬ ਜਦੋਂ ਪ੍ਰਚਾਰ ਕਰ ਰਹੇ ਸੀ, ਕਬੀਰ ਸਾਹਿਬ ਜਦੋਂ ਪ੍ਰਚਾਰ ਕਰ ਰਹੇ ਸੀ, ਉਦੋਂ ਵੀ ਲੋਕ ਇਹ ਕਹਿੰਦੇ ਵੀ ਭੂਤ ਆ ਗਿਆ, ਭੂਤ ਕੱਢੋ ਇਹਦਾ। ਹੁਣ ਜਿਹੜਾ ਜੀਵ ਚੀਕਾਂ ਮਾਰਦਾ ਹੈ, ਜਾਂ ਜਿਹੜੇ ਜੀਵ ਇਸ ਤਰ੍ਹਾਂ ਹਰ ਘਰ ਦੇ ਵਿੱਚ, ਬਹੁਤੇ ਘਰਾਂ ਦੇ ਵਿੱਚ ਹੀ ਆਪਾਂ ਕਹੀਏ 10 ਵਿੱਚੋਂ 5-7 ਘਰ ਇਹੋ ਜਿਹੇ ਹੁੰਦੇ ਹੀ ਨੇ ਵੀ ਜਿਨ੍ਹਾਂ ਦੇ ਘਰ ਭੂਤ ਆਉਂਦਾ। ਹੁਣ ਆਪਣੇ ਇਹਦੇ ਲਈ ਸਮਝਣ ਦੀ ਇੱਕ ਲੋੜ ਹੈ, ਵਿਗਿਆਨ ਹੈ ਇੱਕ। ਆਪਣਾ ਸਰੀਰ ਜਿਹੜਾ ਹੈ ਉਹ ਪੌਣ ਦਾ ਬਣਿਆ ਹੋਇਆ। ਪੌਣ ਆਪਣੀ 2 ਸਿਰਿਆਂ ਦੇ ਵਿੱਚ ਸਰਕਟ ਕੱਟਦੀ ਹੈ। ਸਵਾਸ ਜਿਹੜਾ ਹੈ ਉਹ ਨਾਸਕਾ ਦੀਆਂ ਮੋਰੀਆਂ ਦੇ ਵਿੱਚੋਂ ਪ੍ਰਵੇਸ਼ ਕਰਦਾ ਹੈ, ਨਾਸਕਾ ਦੁਆਰ ਤੋਂ ਪ੍ਰਵੇਸ਼ ਕਰਦਾ ਹੈ, ਨਾਭੀ ਤੱਕ ਜਾਂਦਾ ਹੈ, ਨਾਭੀ ਤੋਂ ਉਲਟਾ ਫਿਰ ਨਾਸਕਾ ਦੁਆਰ ਦੇ ਵਿੱਚ ਆ ਕੇ ਦੁਬਾਰੇ ਖਾਲੀ 'ਚ ਆ ਜਾਂਦਾ। ਜਦੋਂ ਨਾਸਕਾ ਦੁਆਰ ਤੋਂ ਲੈ ਕੇ ਨਾਭੀ ਤੱਕ ਸਵਾਸ ਨੇ ਜਾਣਾ ਹੈ, ਉਹ ਰਸਤੇ ਵਿੱਚ 6 ਪੁਆਇੰਟਾਂ ਤੋਂ ਗੁਜ਼ਰਦਾ ਹੋਇਆ ਜਾਂਦਾ ਹੈ, ਜਿਹਨੂੰ ਆਪਾਂ ਖੱਟ ਚੱਕਰ ਕਹਿੰਦੇ ਹਾਂ। ਈੜਾ, ਪਿੰਗਲਾ ਅਤੇ ਸੁਖਮਣਾ, ਇਹ ਤਿੰਨੇ ਨਾੜੀਆਂ ਜਿੱਥੇ ਜਿੱਥੇ ਸੰਗਮ ਕਰਦੀਆਂ ਨੇ, ਉੱਥੇ ਉੱਥੇ ਖੱਟ ਚੱਕਰ ਬਣਦਾ। ਤੇ ਇਹ 6 ਮੁੱਖ ਪੁਆਇੰਟ ਨੇ, ਉਹਨਾਂ ਤੇ ਇਹ 6 ਮੁੱਖ ਰੂਪ ਵਿੱਚ ਸੰਗਮ ਕਰਦੀਆਂ ਨੇ। ਇਹਨਾਂ ਵਿੱਚੋਂ ਦੀ ਸਵਾਸ ਹੋ ਕੇ ਗੁਜ਼ਰਦਾ। ਕਈ ਵਾਰੀ ਜੀਵ ਮਾਨਸਿਕ ਪਰੇਸ਼ਾਨੀ ਕਰਕੇ, ਜਾਂ ਸਰੀਰ ਦਾ ਕੋਈ ਲੋਡ ਹੋਣ ਕਰਕੇ, ਫੁਰਨਿਆਂ ਦਾ ਬੋਝ ਹੋਣ ਕਰਕੇ, ਆਪਾਂ ਦੇਖਦੇ ਹਾਂ ਜਦੋਂ ਸਾਨੂੰ ਡਿਪਰੈਸ਼ਨ ਹੁੰਦਾ, ਆਪਣੇ ਸਰੀਰ ਦੇ ਉੱਪਰ ਸਟ੍ਰੈਸ ਆ ਜਾਂਦਾ ਹੈ, ਆਪਾਂ ਨੂੰ ਨੀਂਦ ਨਹੀਂ ਆਉਂਦੀ, ਬੀਪੀ ਵੱਧ ਜਾਂਦਾ ਨਾ ਜੀ। ਟੈਨਸ਼ਨ ਹੋਵੇ, ਸਟ੍ਰੈਸ ਹੋਵੇ, ਕੋਈ ਵੀ ਵਿਚਾਰ ਹੋਵੇ ਕਿਸੇ ਵੀ ਤਰੀਕੇ ਦਾ। ਕਈ ਵਾਰੀ ਕਿਸੇ ਜੀਵ ਦਾ ਖਾਣ ਪਾਣ ਐਸਾ ਹੁੰਦਾ ਹੈ ਵੀ ਉਹ ਗੈਸ, ਤੇਜ਼ਾਬ ਉਹਦੇ ਅੰਦਰ ਜ਼ਿਆਦਾ ਬਣਦਾ ਹੈ, ਉਹਦੇ ਵੀ ਸਰੀਰ ਤੇ ਸਟ੍ਰੈਸ ਰਹਿੰਦਾ, ਗਰਮੈਸ਼ ਵੱਧਦੀ। ਕਈ ਵਾਰੀ ਕਿਸੇ ਜੀਵ ਦਾ ਸੁਭਾਅ ਐਸਾ ਹੁੰਦਾ ਹੈ, ਇਹ ਬਰੀਕੀ ਨਾਲ ਸਮਝਦੇ ਜਾਣਾ ਹੈ, ਵੀ ਜਿਹੜਾ ਕ੍ਰੋਧ ਦੇ ਵਿੱਚ ਜ਼ਿਆਦਾ ਰਹਿੰਦਾ ਹੈ, ਲੋਭੀ ਜ਼ਿਆਦਾ ਰਹਿੰਦਾ ਹੈ, ਉਹਦੇ ਵੀ ਸਰੀਰ 'ਚ ਗਰਮੈਸ਼ ਵੱਧਦੀ। ਜਿਵੇਂ ਆਪਾਂ ਦੇਖਦੇ ਹਾਂ ਇੱਕ ਪਾਣੀ ਦੀ ਪਾਈਪ ਹੁੰਦੀ ਹੈ, ਇਹ ਧਿਆਨ ਨਾਲ ਤੁਸੀਂ ਸਮਝਦੇ ਜਾਣਾ ਹੈ। ਇਸ ਕਥਾ ਨੂੰ ਫਿਰ ਤੁਸੀਂ ਸ਼ੇਅਰ ਵੀ ਕਰਨਾ ਹੈ, ਆਪਦੇ ਸੰਗੀਆਂ ਨੂੰ ਵੀ ਸਮਝਾਉਣਾ ਹੈ। ਇਹ ਇੱਕ ਜਿਹੜਾ ਬੜਾ ਵੱਡਾ ਸਕੈਮ ਚੱਲਦਾ ਪਿਆ ਅਧਿਆਤਮ ਦੇ ਵਿੱਚ, ਜਿਹਨੂੰ ਜੀਵ, ਜੇ ਆਪਾਂ ਉਹਨੂੰ ਸੱਚਾਈ ਦੱਸਾਂਗੇ, ਛੇਤੀ ਕਰਕੇ ਮੰਨਣ ਲਈ ਤਿਆਰ ਨਹੀਂ ਹੁੰਦਾ ਵੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਜੀ, ਇਹ ਸਕੈਮ ਹੈ, ਕੁਛ ਨਹੀਂ ਹੁੰਦਾ ਹੈ। ਜਦੋਂ ਆਪਾਂ ਜਿਵੇਂ ਦੇਖਦੇ ਹਾਂ ਇੱਕ ਪਾਣੀ ਪਾਈਪ ਦੇ ਵਿੱਚੋਂ ਦੀ ਗੁਜ਼ਰਦਾ ਹੈ, ਜੇ ਆਪਾਂ ਪਾਈਪ ਨੂੰ ਦੂਜੇ ਸਿਰੇ ਤੋਂ ਘੁੱਟ ਲਈਏ ਤਾਂ ਉਹ ਪਾਈਪ ਜਿਹੜੀ ਹੈ ਫੁੱਲ ਜਾਂਦੀ ਹੈ। ਜੇ ਪ੍ਰੈਸ਼ਰ ਜ਼ਿਆਦਾ ਹੋਏਗਾ ਤਾਂ ਵਿੱਚੋਂ ਕਿਤੇ ਨਾ ਕਿਤੇ ਉਹਦੇ ਮੂਰੀ ਨਿਕਲ ਜਾਏਗੀ, ਉਹ ਪਾਣੀ ਦਾ ਵਹਾਅ ਜਿਹੜਾ ਆ ਅਨਬੈਲੈਂਸ ਹੋ ਜਾਏਗਾ। ਇਸੇ ਤਰੀਕੇ ਜਦੋਂ ਸਰੀਰ ਤੇ ਕਿਸੇ ਵੀ ਕਾਰਨ, ਕ੍ਰੋਧ ਦੇ ਕਾਰਨ, ਲਾਸ ਆਫ ਮਨੀ, ਡਿਪਰੈਸ਼ਨ, ਚਿੰਤਾ ਵਧਣਾ, ਘਰ ਦੇ ਵਿੱਚ ਘਾਟਾ ਹੋਣਾ, ਪੈਸੇ ਦੀ ਕੋਈ ਮਜਬੂਰੀ ਹੋਣੀ, ਜਾਂ ਬਾਡੀ ਦੇ ਵਿੱਚ ਕੋਈ ਕਫ ਐਂਡ ਕੋਲਡ ਜਾਂ ਕੋਈ ਐਸੀ ਇੱਕਦਮ ਦਿੱਕਤ ਆ ਗਈ ਹੋਵੇ ਜੀਵਨ ਦੇ ਵਿੱਚ ਕਿ ਕਾਫੀ ਹਾਈਲੀ ਡਿਪਰੈਸਡ ਹੋ ਗਈ ਹੋਵੇ ਬਾਡੀ, ਜਾਂ ਕੋਈ ਵੱਡਾ ਰੋਗ ਆ ਗਿਆ ਹੋਵੇ, ਜਿਹੜੀ ਪੌਣ ਨਾਸਕਾ ਤੋਂ ਲੈ ਕੇ ਨਾਭੀ ਤੱਕ ਸਰਕਟ ਕੱਟਦੀ ਪਈ ਹੈ, ਇਹ 6 ਪੁਆਇੰਟਾਂ 'ਚ ਹੋ ਕੇ ਜਾਂਦੀ ਹੈ। ਇਹ ਪੌਣ ਡਿਸਟਰਬ ਹੋ ਜਾਂਦੀ ਹੈ ਜ਼ਿਆਦਾ ਕ੍ਰੋਧ ਆਉਣ ਕਰਕੇ। ਜਦੋਂ ਗਰਮੈਸ਼ ਵਧੇਗੀ, ਬੀਪੀ ਅਪ ਡਾਊਨ ਹੋਏਗਾ, ਜਾਂ ਜਿਹੜਾ ਜ਼ਿਆਦਾ ਸਟ੍ਰੈਸ ਰਹਿੰਦਾ ਹੈ। ਕਈ ਵਾਰੀ ਜੀਵ ਜਿਹੜੇ, ਕਈਆਂ ਦਾ ਸੁਭਾਅ ਹੁੰਦਾ ਬੜਬੋਲੇ ਹੁੰਦੇ ਨੇ, ਕਈ ਜੀਵ ਜਿਹੜੇ ਹੁੰਦੇ ਨੇ ਉਹ ਬਹੁਤਾ ਬੋਲਦੇ ਨਹੀਂ, ਮਨ ਦੇ ਵਿੱਚ ਗੱਲ ਰੱਖਦੇ ਆ। ਆਪਾਂ ਪੰਜਾਬੀ 'ਚ ਉਹਨਾਂ ਨੂੰ ਕਹਿੰਦੇ ਆ ਘੁਣਸੇ, ਮੀਣੇ। ਇਸ ਤਰ੍ਹਾਂ ਜਿਹੜਾ ਮੀਣਾ ਬੰਦਾ ਹੋਏਗਾ, ਬਹੁਤਾ ਬੋਲਣ ਵਾਲਾ ਨਾ ਹੋਏਗਾ, ਗੱਲ ਮਨ ਵਿੱਚ ਰੱਖਦਾ ਹੈ, ਜਾਂ ਕੋਈ ਕ੍ਰੋਧੀ ਜ਼ਿਆਦਾ ਹੁੰਦਾ ਹੈ, ਉਹ ਬਾਡੀ ਉੱਪਰ ਡਿਪਰੈਸ਼ਨ ਆਉਣ ਕਰਕੇ ਜਿਹੜਾ ਬੰਦਾ ਮਨ ਤੋਂ ਕਮਜ਼ੋਰ ਹੁੰਦਾ ਹੈ, ਮੁੱਖ ਰੂਪ ਵਿੱਚ ਇਹ ਹੈ। ਇਹ ਸਵਾਸ ਦਾ ਜਿਹੜਾ ਬੈਲੈਂਸ ਹੈ, ਇਹ ਖੱਟ ਚੱਕਰਾਂ ਦੇ ਵਿੱਚੋਂ ਦੀ, ਜਦੋਂ ਇਹ ਗੋਲ ਖੱਟ ਚੱਕਰ ਹੁੰਦੇ ਨੇ, ਤਿੰਨੇ ਨਾੜੀਆਂ ਸੰਗਮ ਕਰਦੇ, ਇਹ ਕਿਸੇ ਨਾ ਕਿਸੇ ਖੱਟ ਚੱਕਰ ਦੇ ਉੱਪਰ ਪੌਣ ਅਨਬੈਲੈਂਸ ਹੋ ਕੇ ਰੁਕਦੀ ਹੈ। ਜੇ ਤਾਂ ਜਿਹੜਾ ਪਹਿਲਾ ਖੱਟ ਚੱਕਰ ਹੈ ਮੂਲਾਧਾਰ, ਜਿੱਥੇ ਨਾਭੀ ਹੈ, ਫਿਰ ਉਸ ਤੋਂ 6 ਇੰਚ ਉੱਪਰ ਹੋਰ ਹੈ, ਫਿਰ ਉਸ ਤੋਂ 6 ਇੰਚ ਉੱਪਰ ਹੋਰ ਹੈ, ਫਿਰ ਹਿਰਦੇ ਕੋਲ ਆ ਗਿਆ, ਫਿਰ ਹਿਰਦੇ ਤੋਂ ਉੱਪਰ ਜਿੱਥੇ ਗਰਦਨ ਸ਼ੁਰੂ ਹੋ ਗਈ, ਫਿਰ ਜਿੱਥੇ ਸਿਰ ਸ਼ੁਰੂ ਹੋ ਗਿਆ, ਇਸ ਤਰ੍ਹਾਂ। ਹੁਣ ਜੇ ਮੂਲਾਧਾਰ ਖੱਟ ਚੱਕਰ ਕੋਲ ਪੌਣ ਡਿਸਟਰਬ ਹੋ ਗਈ ਹੈ, ਤੇ ਉਹ ਜੀਵ ਜਿਹੜਾ ਹੈ, ਜੇ ਚੌਂਕੜੀ ਮਾਰ ਕੇ ਬੈਠਾ ਹੈ,
ਤਾਂ ਉਹ ਪੂਰਾ ਉੱਪਰਲਾ ਆਪਦਾ ਧੜ ਘਮਾਏਗਾ। ਇਹ ਧੜ ਘਮਾਉਣ ਲੱਗ ਪਏਗਾ, ਪੌਣ ਡਿਸਟਰਬ ਹੋ ਜਾਏਗੀ। ਪੌਣ ਦਾ ਜਿਹੜਾ ਬੈਲੈਂਸ ਜਿੰਨਾ ਸਵਾਸ ਅੰਦਰ ਜਾਂਦਾ ਉਹਨਾਂ ਬਾਹਰ ਆਉਣਾ ਚਾਹੀਦਾ। ਜਦੋਂ ਪੌਣ ਦਾ ਬੈਲੈਂਸ ਅੰਦਰ ਜਾ ਕੇ ਬਾਹਰ ਨਹੀਂ ਆਉਂਦਾ, ਪੌਣ ਕਿਤੇ ਨਾ ਕਿਤੇ ਰੁਕ ਜਾਂਦੀ ਹੈ। ਜਿਵੇਂ ਆਪਾਂ ਪਾਣੀ ਪੀਂਦੇ ਹਾਂ, ਪਾਣੀ ਕਈ ਵਾਰੀ ਪੂਰਾ ਅੰਦਰ ਨਾ ਜਾਵੇ, ਉੱਥੂ ਆ ਜਾਂਦਾ। ਜਿਵੇਂ ਆਪਾਂ ਕਹਿੰਦੇ ਆ ਨਾ, ਪਾਣੀ ਬੱਚੇ ਨੂੰ ਆਪਾਂ ਵੇਖਦੇ ਹਾਂ, ਥੋੜਾ ਜਿਹਾ ਪਾਣੀ ਗਲੇ ਵਿੱਚ ਅੜ ਜਾਵੇ ਤੇ ਬੱਚਾ ਖੰਘਦਾ ਹੈ, ਆਪਾਂ ਉਹਦੀ ਪਿੱਛੇ ਪਿੱਠ ਦੇ ਉੱਪਰ ਹੱਥ ਮਾਰਦੇ ਹਾਂ, ਥੇਪੜਦੇ ਹਾਂ ਉਹਨੂੰ, ਠੀਕ ਆ ਜੀ, ਕਹਿੰਦੇ ਉਥਰੂ ਆ ਗਿਆ, ਇਹਨੂੰ ਖੰਘ ਆ ਗਈ। ਪਾਣੀ ਨਾ ਜਾਵੇ, ਥੋੜਾ ਜਿਹਾ ਵੀ ਪਾਣੀ ਦਾ ਘੁੱਟ ਜਿਵੇਂ ਅੜ ਜਾਂਦਾ ਹੈ ਤੇ ਸਰੀਰ ਦਾ ਬੁਰਾ ਹਾਲ ਹੋ ਜਾਂਦਾ ਹੈ, ਅੱਖਾਂ ਲਾਲ ਹੋ ਜਾਣਗੀਆਂ, ਨੱਕ ਚੋਂ ਪਾਣੀ ਆਉਣ ਲੱਗ ਜਾਏਗਾ। ਇਸ ਤਰ੍ਹਾਂ ਥੋੜੀ ਜਿਹੀ ਵੀ ਪੌਣ ਜੇਕਰ ਮੂਲ ਦੁਆਰੇ ਤੇ ਅਟਕ ਗਈ, ਉਹ ਪੂਰਾ ਸਰੀਰ ਐ ਹਿਲਾਈ ਜਾਏਗਾ। ਹਿਰਦੇ ਦੇ ਉੱਤੇ ਅਟਕ ਗਈ ਤਾਂ ਛਾਤੀ ਤੋਂ ਉੱਪਰ ਵਾਲਾ ਸਰੀਰ ਗੋਲ ਗੋਲ ਹਿਲਾਉਣ ਲੱਗ ਪਏਗਾ। ਜੇ ਗਰਦਨ ਵਾਲੇ ਖੜ ਚੱਕਰ ਤੇ ਅਟ ਗਈ ਤੇ ਕੱਲਾ ਸਿਰ ਹਿਲਾਏਗਾ, ਥੱਲੋਂ ਸਰੀਰ ਸਟੇਬਲ ਹੋ ਜਾਏਗਾ। ਸਿਰ ਹਿਲਾਈ ਜਾਏਗਾ। ਪੌਣ ਅਟਕਣ ਕਰਕੇ ਜਿਹੜਾ ਸਾਰਾ ਸਰੀਰ ਬੋਡੀ ਆ, ਜਦੋਂ ਪੌਣ ਕਿਸੇ ਖੜ ਚੱਕਰ ਤੇ ਅਟਕੂਗੀ, ਸਾਰੀ ਬੋਡੀ ਜ਼ੋਰ ਲਾਏਗੀ ਕਿ ਇਹ ਨਾਰਮਲ ਹੋਣਾ ਚਾਹੀਦਾ, ਕਿਉਂਕਿ ਸਾਡੀ ਬੋਡੀ 'ਚ ਇੱਕ ਸੈਂਸ ਆ। ਜਿਵੇਂ ਸਾਡੀਆਂ 5 ਕਰਮ ਇੰਦਰੀਆਂ ਨੇ, 5 ਗਿਆਨ ਇੰਦਰੀਆਂ ਨੇ। ਗਿਆਨ ਕੀ ਹੈ? ਇੱਕ ਅਸੀਂ ਦੇਖ ਕੇ ਗਿਆਨ ਲੈਂਦੇ ਹਾਂ, ਸੁਣ ਕੇ ਗਿਆਨ ਲੈਂਦੇ ਹਾਂ, ਸੁੰਘ ਕੇ ਗਿਆਨ ਲੈਂਦੇ ਹਾਂ, ਜੀਵਾ ਦੁਆਰਾ ਚੱਖ ਕੇ ਗਿਆਨ ਲੈਂਦੇ ਹਾਂ, ਤੇ ਪੰਜਵੀਂ ਹੈ ਸਾਡੀ ਬੋਡੀ ਦੀ ਸੈਂਸ। ਜਿਵੇਂ ਗਰਮ ਠੰਡਾ ਆਪਾਂ ਦੇਖਦੇ ਹਾਂ, ਇਸ ਤਰ੍ਹਾਂ ਸਾਡੀ ਬੋਡੀ ਸੈਂਸ ਜਿਹੜੀ ਹੈ ਉਹ ਦੇਖਦੀ ਹੈ ਕਿ ਕਿਤੇ ਨਾ ਕਿਤੇ ਬੋਡੀ ਵਿੱਚ ਖਰਾਬੀ ਹੋ ਗਈ ਹੈ। ਸਾਰੇ ਰੋਹ, ਦਿਮਾਗ, ਬ੍ਰੇਨ ਕਮਾਂਡ ਦਿੰਦਾ ਹੈ ਵੀ ਕਿਤੇ ਨਾ ਕਿਤੇ ਖਰਾਬੀ ਹੋ ਗਈ ਹੈ। ਜਿੱਥੇ ਪੌਣ ਅੜੀ ਆ, ਉਹ ਜ਼ੋਰ ਲਾਏਗੀ, ਉੱਥੋਂ ਬੋਡੀ ਸਾਡੀ ਆਟੋਮੈਟਿਕ ਉਹਨੂੰ ਸੈਂਸ ਕਰਕੇ ਠੀਕ ਕਰਨ ਦੇ ਲਈ ਉਹ ਉਨੀ ਦੇਰ ਤੱਕ ਉਹ ਪੌਣ ਦਾ ਸਰਕਲ, ਕਿਉਂਕਿ ਪੌਣ ਹੀ ਸਾਡਾ ਆਧਾਰ ਹੈ, ਤੇ ਉਹ ਬੋਡੀ ਘੁੰਮਣ ਲੱਗ ਪਏਗੀ। ਜਦੋਂ ਬੋਡੀ ਘੁੰਮਣ ਲੱਗ ਪਏਗੀ ਤੇ ਜਿਹੜੀ ਜੀਵ ਦੀ ਆਵਾਜ਼ ਹੈ, ਕਿਉਂਕਿ ਆਵਾਜ਼ ਵੀ ਪੌਣ ਤੋਂ ਬਣਦੀ ਹੈ, ਉਹ ਜਾਂ ਭਾਰੀ ਹੋ ਜਾਏਗੀ ਜਾਂ ਮੋਟੀ ਹੋ ਜਾ ਪਤਲੀ ਹੋ ਜਾਏਗੀ। ਕਿਉਂਕਿ ਖੱਟ ਚੱਕਰ ਦੇ ਵਿੱਚ 5 ਮੋਰੀਆਂ ਹੁੰਦੀਆਂ ਨੇ, ਹਰ ਖੱਟ ਚੱਕਰ ਵਿੱਚ 5 ਛੇਕ ਨੇ। ਜਦੋਂ ਪੌਣ ਅੜ ਗਈ, ਜਾਂ ਭਾਰੀ ਹੋ ਜਾਏਗੀ ਜਾਂ ਪਤਲੀ ਹੋ ਜਾਏਗੀ, ਤੇ ਉਹ ਜੀਵ ਡਰਾਉਣੀ ਜੀ ਸ਼ਕਲ ਬਣਾ ਕੇ, ਕਿਉਂਕਿ ਸਰੀਰ ਦਾ ਅਨਬੈਲੈਂਸ ਹੋ ਗਿਆ, ਤੇ ਉਹਦੀ ਦਿਮਾਗ ਦੀ ਪਾਵਰ ਵੱਧ ਜੂਗੀ। ਕਿਉਂਕਿ ਪੌਣ ਦਾ ਇੱਕ ਪਾਸੋਂ ਪੌਣ ਰੁਕ ਗਈ, ਦੂਜੇ ਪਾਸੇ ਵਹਾ ਜ਼ਿਆਦਾ ਹੋ ਗਿਆ, ਮਨ ਉਹਦਾ ਸੁੰਨ ਜੀ ਦੇ ਵਿੱਚ ਹੋ ਜਾਏਗਾ, ਜਿਵੇਂ ਬੌਲਾ ਜਿਹਾ ਹੋ ਕੇ, ਤੇ ਉਹ ਆਵਾਜ਼ਾਂ ਕੱਢੇਗਾ, ਚੀਕਾਂ ਮਾਰੂਗਾ। ਉਹ ਮਨ ਹੀ ਜਿਹੜਾ ਆ ਪ੍ਰੇਤ ਦਾ ਰੂਪ ਧਾਰਨ ਕਰ ਜਾਂਦਾ। ਉਹ ਪ੍ਰੇਤ ਦਾ ਉਹਨੂੰ ਆਵਾਜ਼ ਉਸ ਤਰ੍ਹਾਂ ਦੀ ਕੱਢੇਗਾ, ਭਾਰੀ ਆਵਾਜ਼ ਕੱਢੇਗਾ, ਕਿਉਂਕਿ ਪੌਣ ਦਾ ਬੈਲੈਂਸ ਵਿਗੜ ਗਿਆ। ਜਿਹੜੀ ਇਸੇ ਗਲੇ 'ਚੋਂ ਆਵਾਜ਼ ਬਣਨੀ ਹੈ, ਉਸੇ ਸਵਾਸ 'ਚੋਂ ਹੀ ਸਾਰਾ ਕੁਝ ਹੋਣਾ। ਜਦੋਂ ਸਵਾਸ ਰੁਕ ਗਿਆ ਤੇ ਉਹ ਪੌਣ ਦਾ ਬੈਲੈਂਸ ਜਾਂ ਰੁਕਣ ਕਰਕੇ, ਜਾਂ ਭਾਰੀ ਆਵਾਜ਼ ਜਾਂ ਪਤਲੀ ਆਵਾਜ਼, ਤੇ ਜਿਹੜੀ ਸੁਰਤੀ ਆ ਉਹ ਹਲਕੀ ਜੀ ਸੁੰਨ ਵਾਲੇ ਪਾਸੇ ਜਾ ਕੇ ਆਕਾਸ਼ ਤੱਤ ਵਿੱਚ ਰੁਕ ਜਾਂਦੀ ਹੈ। ਉਹ ਆਕਾਸ਼ ਦੇ ਵਿੱਚੋਂ ਗੱਲਾਂ ਫੜਨ ਲੱਗ ਪੈਂਦਾ, ਕਿਉਂਕਿ ਪੌਣ ਅਨਬੈਲੈਂਸ ਹੋਣ ਕਰਕੇ ਇੱਕ ਪਾਸੇ ਪੌਣ ਰਿਡਿਊਸ ਹੋ ਗਈ, ਇੱਕ ਪਾਸੇ ਹਾਈ ਹੋ ਗਈ, ਉਹਦੀ ਸੁਰਤੀ ਆਕਾਸ਼ ਵਿੱਚ ਜੁੜ ਜਾਏਗੀ, ਸਿਰ ਹਿਲਾਈ ਜਾਏਗਾ, ਉਹਨੂੰ ਕੋਈ ਪਤਾ ਨਹੀਂ ਲੱਗੇਗਾ, ਕਿਉਂਕਿ ਸਾਰਾ ਸਿਸਟਮ ਫੇਲ ਹੋ ਗਿਆ। ਤੇ ਧਿਆਨ ਹੁੰਦਾ ਆਕਾਸ਼ ਵਿੱਚ ਜੁੜ ਜਾਏਗਾ, ਤੇ 5 ਦੂਤ ਆ ਕੇ ਉਹਦੀ ਕਮਾਂਡ ਸੰਭਾਲ ਲੈਂਦੇ ਨੇ। ਪੰਜੇ ਉਸ ਮਨ ਨੂੰ ਵਸ ਕਰਕੇ ਉਹ ਫਿਰ ਆਵਾਜ਼ਾਂ ਕੱਢਦਾ ਹੈ। ਜ਼ੋਰ ਉਹਦੇ ਵਿੱਚ 1 ਤੋਂ 10 ਗੁਣਾ ਹੋ ਜਾਏਗਾ, ਕਿਉਂਕਿ ਸਾਰੀ ਬੋਡੀ ਦਾ એનર્ਜੀ ਲੈਵਲ ਗਲਤ ਹੋ ਗਿਆ। ਕਿੱਥੇ ਤਾਂ ਸਾਰੀ ਬੋਡੀ ਸਿਸਟਮੈਟਿਕਲੀ ਚੱਲਦੀ ਸੀ, ਕਿੱਥੇ ਇੱਕ ਪਾਸਾ ਖੜ ਗਿਆ। ਤੇ ਜਿਵੇਂ ਆਪਾਂ, ਮੈਂ ਦੱਸਿਆ, ਪਾਈਪ ਨੂੰ ਇੱਕ ਪਾਸੋਂ ਘੁੱਟ ਦਈਏ, ਜਿਵੇਂ ਹੁਣ ਪਾਈਪ ਆਪਾਂ ਪਾਣੀ ਤਰੋਕਦੇ ਹੁੰਨੇ ਆ, ਜੇ ਪਾਈਪ ਦੇ ਅੱਗੇ ਅੰਗੂਠਾ ਲਾ ਲਈਏ, ਪ੍ਰੈਸ਼ਰ ਵੱਧ ਜਾਂਦਾ ਨਾ, ਪਿੱਛੋਂ ਪਾਈਪ ਵੀ ਫੁੱਲ ਜਾਂਦੀ ਹੈ ਤੇ ਪਾਣੀ ਦਾ ਪ੍ਰੈਸ਼ਰ ਵੀ ਗਾਂਹ ਤੱਕ ਜਾਂਦਾ ਹੈ। ਇਸੇ ਤਰੀਕੇ ਜਦੋਂ ਇੱਕ ਪਾਸੋਂ ਪੌਣ ਦਾ ਸਰਕਲ ਟੁੱਟ ਗਿਆ, ਸਾਰੀ ਬੋਡੀ 'ਚ ਪ੍ਰੈਸ਼ਰ ਵੱਧ ਜਾਏਗਾ, ਤੇ ਦਿਮਾਗ ਵੀ ਤੇਜ਼ੀ ਨਾਲ ਚੱਲਣ ਲੱਗੇਗਾ। ਉਹ ਕਰੇਗਾ, ਫਿਰ ਆਵਾਜ਼ਾਂ ਕੱਢ ਕੇ ਚੀਕਾਂ ਮਾਰੂਗਾ, ਤੇ ਆਕਾਸ਼ ਦੀ ਸੁੰਨ ਦੇ ਵਿੱਚੋਂ ਕੁਝ ਗੱਲਾਂ ਫੜੇਗਾ। ਕਈ ਵਾਰੀ ਕਹਿੰਦੇ ਨਾ ਜੀ, ਕੋਈ ਗੱਲਾਂ ਵੀ ਕਈ ਵਾਰੀ ਸੱਚੀਆਂ ਕਰਦਾ ਜੀ, ਹੋ ਸਕਦਾ ਹੈ ਉਹਦੇ ਅੰਦਰ ਪ੍ਰੈਸ਼ਰ ਜ਼ਿਆਦਾ ਵੱਧ ਜਾਏ, ਆਕਾਸ਼ ਦੇ ਵਿੱਚੋਂ ਕੋਈ ਭਾਸ਼ਾ ਵੀ ਉਹ ਦੂਸਰੀ ਫੜ ਸਕਦਾ ਹੈ, ਕਿਉਂਕਿ ਆਕਾਸ਼ ਵਿੱਚ ਸਾਰਾ ਕੁਝ ਰਿਕਾਰਡ ਪਿਆ ਹੋਇਆ। ਮਨ ਹੀ ਪ੍ਰੇਤ ਬਣ ਗਿਆ। ਕੋਈ ਐਸੀ ਭਾਸ਼ਾ ਬੋਲਣ ਲੱਗ ਜਾਏ ਜਿਵੇਂ ਸਾਡੇ ਸਾਰੇ ਜਨਮਾਂ ਦਾ ਰਿਕਾਰਡ ਇਸ ਆਕਾਸ਼ ਦੇ ਵਿੱਚ ਪਿਆ ਹੋਇਆ, ਉੱਥੋਂ ਹੀ ਕੋਈ ਨਾ ਕੋਈ ਆਕਾਰ ਫੜ ਕੇ, ਹਾਂ ਮੈਂ ਉਹ ਹਾਂ ਫਲਾਣਾ, ਕਿਉਂਕਿ ਦਿਮਾਗ ਤਾਂ ਚੱਲਦਾ ਨਹੀਂ ਹੁੰਦਾ, ਉਤਲੇ ਉਹਨੂੰ ਕਹਿਣਗੇ ਬੋਲ ਤੂੰ ਕੌਣ ਹੈ, ਬੋਲ ਤੂੰ ਕੌਣ ਹੈ, ਉਹ ਚੀਕਾਂ ਮਾਰੂਗਾ, ਅਨਬੈਲੈਂਸ ਹੋ ਜਾਊਗਾ, ਕਰੇਗਾ। ਹੁਣ ਉਹ ਜੀਵ ਕੀ ਕਰਦੇ ਨੇ, ਜਿਨ੍ਹਾਂ ਨੂੰ ਸਿਆਣੇ ਕਹਿੰਦੇ ਨੇ ਲੋਕੀ, ਹੁੰਦੇ ਉਹ ਮੂਰਖ ਨੇ, ਸਾਨੂੰ ਮੂਰਖ ਬਣਾਉਂਦੇ ਨੇ। ਉਹਦੇ ਪਿੱਠ ਦੇ ਵਿੱਚ ਚਿਮਟੇ ਮਾਰਦੇ ਨੇ, ਬੈਲਟਾਂ ਮਾਰਦੇ ਨੇ,
ਜਾਂ ਉਹਨੂੰ ਧੂਫ ਸੰਘਾਉਂਦੇ ਨੇ। ਜਿਵੇਂ ਇੱਕ ਆਇਓਡੈਕਸ ਹੁੰਦੀ ਹੈ, ਉਸ ਤਰੀਕੇ ਦਾ ਧੂਫ ਦੇ ਵਿੱਚ ਕੁਝ ਪਾਇਆ ਹੁੰਦਾ ਹੈ। ਉਹ ਧੂਫ ਜਦੋਂ ਉਹਦੇ ਦਿਮਾਗ ਨੂੰ ਚੜ੍ਹਦੀ ਹੈ, ਉਹ ਜਾ ਕੇ, ਜਿਵੇਂ ਆਪਾਂ ਦਿਲ ਦੀ ਨਾੜੀਆਂ ਦੀ ਬਲੋਕੇਜ ਹੁੰਦੀ ਹੈ ਤੇ ਬਲੋਕੇਜ ਖੋਲਣ ਲਈ ਖੂਨ ਪਤਲੇ ਵਾਲੀ ਦਵਾਈ ਹੁੰਦੀ ਹੈ ਨਾ, ਇਸੇ ਤਰੀਕੇ ਧੂਫ ਦੇ ਵਿੱਚ ਐਸਾ ਸਿੰਪਟਮ ਪਾਇਆ ਹੁੰਦਾ ਜੋ ਅੰਦਰ ਜਾ ਕੇ ਜਿੱਥੇ ਉਹ ਪਾਉਣ ਦੀ ਬਲੋਕੇਜ ਉਹਨੂੰ ਖੋਲਦੀ ਹੈ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਾਣੀ ਅੜ ਜਾਂਦਾ, ਬੱਚੇ ਨੂੰ ਉਥਰੂ ਆ ਜਾਂਦਾ, ਆਪਾਂ ਢੂਈ ਉਹਦੀ ਪਿੱਛੋਂ ਥੇਪੜਦੇ ਆ ਨਾ, ਤੇ ਰੀੜ ਦੀ ਹੱਡੀ 'ਚ ਖੱਟ ਚੱਕਰ ਨੇ, ਉਹ ਜਦੋਂ ਪਿੱਛੇ ਬੈਲਟਾਂ ਮਾਰਦੇ ਨੇ, ਚਿਮਟੇ ਮਾਰਦੇ ਨੇ, ਉਹਦੇ ਨਾਲ ਜਿੱਥੇ ਕੋਈ ਪਾਉਣ ਰੁਕੀ ਹੁੰਦੀ, ਥੋੜੀ ਦੇਰ ਬਾਅਦ ਸੈੱਟ ਹੋ ਜਾਂਦੀ ਹੈ, ਉਹ ਜੀਵ ਨਾਰਮਲ ਹੋ ਜਾਂਦਾ। ਪਰ ਉਹਨੂੰ ਡਰ ਪੈ ਗਿਆ ਵੀ ਮੈਨੂੰ ਕੀ ਹੋ ਗਿਆ ਸੀ। ਡਰ ਪੈਣ ਕਰਕੇ ਉਹਦੀ ਬੋਡੀ ਨੂੰ ਪਤਾ ਨਹੀਂ ਲੱਗਾ, ਭਰਮ ਦੇ ਵਿੱਚ ਆ ਗਈ, ਉਹਦੀ ਬੋਡੀ ਨੇ ਸਾਰੀ ਨੈਗੇਟਿਵਿਟੀ ਕੰਜ਼ਿਊਮ ਕਰ ਲਈ। ਪੁਤਲਿਆਂ ਨੇ ਕਹਿਤਾ ਤੈਨੂੰ ਪਤਾ ਨਹੀਂ ਕੀ ਹੋ ਗਿਆ ਸੀ, ਉਹਨੇ ਕਹਿਤਾ ਤੈਨੂੰ ਪਤਾ ਨਹੀਂ ਕੀ ਹੋ ਗਿਆ ਸੀ। ਉਹ ਕਹਿੰਦਾ ਮੇਰੇ 'ਚ ਵਡਭਾਗ ਸਿੰਘ ਆ ਗਿਆ ਸੀ, ਬਾਬਾ ਦੀਪ ਸਿੰਘ ਆ ਗਿਆ, ਭੂਤ ਆ ਗਿਆ ਸੀ, ਜਿੰਨ ਆ ਗਿਆ, ਫਲਾਣਾ। ਉਹ ਮਨ ਹੀ ਬਣ ਗਿਆ। ਮਨ ਪੰਜਾਂ ਵਾਸਤੇ, ਮਨ ਨੂੰ ਨਾਮ ਦਾ ਭੇਤ ਨਹੀਂ। ਹੁਣ ਉਹ ਜਿਹਦੇ ਨਾਲ ਇੱਕ ਵਾਰੀ ਇਸ ਤਰ੍ਹਾਂ ਹੋ ਗਿਆ, ਉਹ ਸਾਰੀ ਹਰਕਤ ਉਹਦੀ ਬੋਡੀ ਦੇ ਸੈੱਲ ਰਿਕਾਰਡ ਕਰ ਲੈਂਦੇ ਨੇ। ਦੁਬਾਰਾ ਜਦੋਂ ਫਿਰ ਉਹਦੇ ਉੱਤੇ ਇਸ ਤਰ੍ਹਾਂ ਥੋੜਾ ਜਿਹਾ ਵੀ ਲੋਡ ਪਏਗਾ, ਉਹੀ ਹਰਕਤ ਹੋਏਗੀ, ਦੁਬਾਰਾ ਫਿਰ ਉਹ ਚੀਕਾਂ ਮਾਰਨੀਆਂ ਸ਼ੁਰੂ ਕਰ ਦੇਗਾ। ਐਸਾ ਜੀਵ ਜੇ ਤੁਹਾਡੇ ਕੋਲ ਪਿੰਡ ਇਲਾਕੇ ਤੁਹਾਡੇ ਘਰ ਦੇ ਵਿੱਚ ਹੈਗਾ, ਉਹਨੂੰ ਬਾਬੇ ਦੇ ਕੋਲ ਲਿਜਾਣ ਦੀ ਬਜਾਏ, ਜਦੋਂ ਇਸ ਤਰ੍ਹਾਂ ਦਾ ਵਿਚਾਰਾ ਬਿਮਾਰੀ ਦੁਆਰਾ ਪੀੜਤ ਹੋ ਕੇ ਪਖੰਡ ਖੇਖਣ ਕਰਦਾ, ਉਹ ਜਿੱਥੇ ਬੈਠਾ ਹੈ ਉਹਨੂੰ ਕੀ ਕਰੋ, ਉਹਨੂੰ ਬਿਠਾ ਲਓ, ਉਹਦਾ ਜਿਹੜਾ ਨਾਸਕਾ ਹੈ ਉਹਨੂੰ ਘੁੱਟਣਾ ਸ਼ੁਰੂ ਕਰੋ। ਇੱਕਦਮ ਨਾ ਘੁੱਟੋ, ਤਾਂ ਕਿ ਵੀ ਇੱਕਦਮ ਸਾਹ ਨਹੀਂ ਰੋਕਣਾ। ਉਹਦੀ ਨਾਸਕਾ ਨੂੰ ਥੋੜਾ ਜਿਹਾ ਘੁੱਟਣਾ ਸ਼ੁਰੂ ਕਰੋ, ਵੀ ਨੱਕ 'ਚੋਂ ਜਿਹੜਾ ਸਵਾਸ ਆਉਂਦਾ ਹੈ, ਉਹਦੇ ਨੱਕ ਨੂੰ ਇਸ ਤਰ੍ਹਾਂ ਘੁੱਟੋ ਕਿ 25 ਕੁ ਪੈਸੇ ਸਵਾਸ ਉਹਦੇ ਨੱਕ 'ਚੋਂ ਆਵੇ। ਤੇ ਇੱਕ ਹੱਥ ਲੈ ਕੇ ਜਿੱਥੇ ਉਹਦੀ ਨਾਭੀ ਹੈ, ਉਹਦੀ ਨਾਭੀ ਨੂੰ ਪੂਰਾ ਪਿੱਛੋਂ ਤੱਕ ਧੱਕ ਦਿਓ। 2 ਬੰਦੇ ਲੱਗੋ, ਇੱਕ ਤਾਂ ਉਹਦੇ ਨੱਕ ਨੂੰ ਥੋੜਾ ਜਿਹਾ ਘੁੱਟ ਲਵੇ, ਇੱਕ ਨਾਭੀ ਨੂੰ ਪਿੱਛੇ ਤੱਕ ਧੱਕ ਦੇਵੇ। ਐ ਆਪਾਂ ਬਣਾ ਕੇ ਨਾ, ਜਿਵੇਂ ਆਪਾਂ ਹੱਥ ਨੂੰ ਐ ਪਤਲਾ ਜਿਹਾ ਕਰਕੇ, ਉਹਦੀ ਐ ਜਿੱਥੇ ਧੁੰਨੀ ਆ, ਧੁੰਨੀ ਦੇ ਵਿੱਚ ਐ ਪੂਰਾ ਧੱਕ ਦੇ ਉਹਦੀ ਧੁੰਨੀ ਦੇ ਪਿੱਛੇ। ਦੂਜੇ ਬੰਦੇ ਨੂੰ ਕਹੋ ਕਿ ਇਹਦੇ ਪਿੱਛੇ, ਇਹਦੀ ਰੀੜ ਦੀ ਹੱਡੀ ਤੇ ਜ਼ੋਰ ਜ਼ੋਰ ਦੀ ਥੱਪੜ ਮਾਰ, ਥੇਪੜ, ਉੱਪਰੋਂ ਥੱਲੇ, ਥੱਲਿਓਂ ਉੱਪਰ। ਜਿਵੇਂ ਬੱਚੇ ਨੂੰ ਆਪਾਂ ਥੇਪੜਦੇ ਆ ਨਾ, ਛੋਟੇ ਬੱਚੇ ਨੂੰ ਦੁੱਧ ਪਿਆ ਕੇ ਆਪਾਂ ਥੇਪੜਦੇ ਆ, ਇਸ ਤਰ੍ਹਾਂ ਉਹਨੂੰ ਜ਼ੋਰ ਜ਼ੋਰ ਦੀ ਥੱਪੜ ਮਾਰ ਕੇ ਉੱਤੋਂ ਥੱਲੇ, ਥੱਲੋਂ ਉੱਤੋਂ, ਉੱਤੋਂ ਥੱਲੇ, ਥੱਲੋਂ ਉੱਤੋਂ। ਉਹਦਾ ਨੱਕ ਕਦੇ ਘੁੱਟ ਦਿਓ, ਕਦੇ ਛੱਡ ਦਿਓ, ਕਦੇ ਘੁੱਟ ਦਿਓ, ਕਦੇ ਛੱਡ ਦਿਓ, ਕਦੇ ਘੁੱਟ ਦਿਓ, ਕਦੇ ਛੱਡ ਦਿਓ। ਉਧਰੋਂ ਨਾਭੀ ਦੇ ਥੱਲੋਂ ਪੂਰਾ ਹੱਥ ਦੇ ਕੇ ਰੱਖੋ, ਨਾਭੀ ਇੱਕ ਵਾਰੀ ਪਿੱਛੋਂ ਰੀੜ ਦੀ ਹੱਡੀ ਤੱਕ ਲਾ ਦਿਓ। ਇਸ ਤਰ੍ਹਾਂ ਤੁਸੀਂ 5-4 ਮਿੰਟ ਕਰੋਗੇ, ਉਹਦਾ ਪਾਉਣ ਦਾ ਬੈਲੈਂਸ ਜਿਹੜਾ ਠੀਕ ਹੋ ਜਾਊ। ਗਰਦਨ ਦੇ ਕੋਲੋਂ ਕੁੱਟੋ, ਪਿੱਛੋਂ ਕੁੱਟੋ। ਪਾਉਣ ਪਤਾ ਨਹੀਂ ਕਿਹੜੇ ਖੱਟ ਚੱਕਰ ਤੇ ਰੁਕੀ ਹੈ, ਉਹਦੀ ਨਿਸ਼ਾਨੀ ਤੁਹਾਨੂੰ ਦੱਸਦੀ ਹੈ। ਜੇ ਉੱਪਰਲਾ ਕੱਲਾ ਸਿਰ ਘੁਮਾਈ ਜਾਂਦਾ ਤਾਂ ਪਾਉਣ ਉਹਦੀ ਗਰਦਨ ਦੇ ਹੇਠਾਂ ਰੁਕ ਗਈ। ਜੇ ਅੱਧਾ ਸਰੀਰ ਘਮਾਉਂਦਾ ਪਿਆ ਤਾਂ ਉਹਦੀ ਛਾਤੀ ਵਾਲੇ ਖੱਟ ਚੱਕਰ ਤੇ ਪਾਉਣ ਰੁਕ ਗਈ। ਤੇ ਜੇ ਪੂਰਾ ਸਰੀਰ ਬੈਠਾ ਘਮਾਈ ਜਾਂਦਾ, ਪੂਰਾ ਸਰੀਰ, ਵਾਲ ਵੂਲ ਖੋਲ ਲਏ ਸਾਰਾ, ਫਿਰ ਮੂਲਾਧਾਰ ਚੱਕਰ ਤੇ ਰੁਕ ਗਈ। ਫਿਰ ਥੱਲੇ ਜ਼ਿਆਦਾ ਕੁੱਟੋ, ਜਿੱਥੇ ਕਿ ਜੀ ਰੁਕੀ ਹੈ ਉਸ ਤੋਂ ਉੱਪਰਲਾ ਸਰੀਰ ਘਮਾਏਗਾ, ਥੱਲੜਾ ਖੜਾ ਰਹੇਗਾ। ਜੇ ਕੱਲੀ ਗਰਦਨ ਘਮਾਈ ਜਾਂਦਾ ਫਿਰ ਤਾਂ ਉੱਥੇ ਗਰਦਨ ਵਾਲੇ ਖੜ ਚੱਕਰ ਤੇ। ਜੇ ਅੱਧਾ ਕੁ ਸਰੀਰ ਘਮਾਉਂਦਾ ਉੱਥੇ ਫਿਰ ਜੇ ਪੂਰਾ ਬੈਠਾ ਘਮਾਈ ਜਾਂਦਾ, ਤੇ ਕਈ ਜਿਹੜੇ ਨੇ ਉਹ ਨੱਚਣਾ ਸ਼ੁਰੂ ਕਰ ਦਿੰਦੇ ਨੇ, ਉਹ ਤਾਂ ਵਿੱਚ ਫਿਰ ਉਹਨਾਂ ਦੀ ਲੋਰ ਬਣ ਜਾਂਦੀ, ਹੋਰ ਕੁਝ ਨਹੀਂ ਹੁੰਦਾ। ਇਹ ਪੌਣ ਰੁਕਦੀ ਏ। ਪੌਣ ਰੁਕਣ ਤੇ ਮਨ ਦਾ ਧਿਆਨ ਜਿਹੜਾ ਆਕਾਸ਼ ਦੀ ਸੁਣ ਵਿੱਚ ਲੱਗ ਜਾਂਦਾ ਹੈ, ਤੇ ਉਹ ਪੌਣ ਰੁਕਣ ਕਰਕੇ ਆਵਾਜ਼ ਮੋਟੀ ਪਤਲੀ ਹੋ ਜਾਂਦੀ ਹੈ। ਥੋੜਾ ਜਿਹਾ ਆਕਾਸ਼ ਪਾਸੇ ਧਿਆਨ ਲੱਗਦਾ ਤੇ ਧਿਆਨ ਕੰਮ ਕਰਨਾ ਸ਼ੁਰੂ ਕਰ ਦਿੰਦਾ। ਕੋਈ ਭਾਸ਼ਾ ਅਲੱਗ ਬੋਲਣੀ, ਜਾਂ 2-4 ਕੋਈ, ਕਿਉਂਕਿ ਰਿੱਧ ਸਿੱਧ ਆਕਾਸ਼ ਵਿੱਚ ਉਹ ਥੋੜੀ ਜਿਹੀਆਂ ਗੱਲਾਂ ਕੋ ਸੱਚੀਆਂ ਦੱਸ ਦੇਣੀਆਂ। ਉਹਦੀ ਆਪ ਦੀ એનર્ਜੀ ਇੰਨੀ ਜਨਰੇਟ ਹੋ ਜਾਂਦੀ ਹੈ ਕਿ ਉਹ ਆਕਾਸ਼ ਵਿੱਚੋਂ ਕੁਝ ਗੱਲਾਂ ਫੜਨ ਲੱਗ ਪੈਂਦਾ। ਉਤਲੇ ਦੁਖੀ ਹੋ ਜਾਂਦੇ ਨੇ, ਬਾਬਿਆਂ ਦੀ ਉਹ ਬਣ ਜਾਂਦੀ ਹੈ ਚਾਂਦੀ। ਇਹ ਇੱਕ ਵਿਧਾਨ ਹੈ, ਜਿਹੜੀ 1 ਜੂਨ ਹੈ ਉਹ ਦੂਸਰੀ ਜੂਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਉਹਦੇ ਸਵਾਸ ਨਹੀਂ ਖਤਮ ਹੁੰਦੇ। ਹਰ ਇੱਕ ਜੀਵ ਨੂੰ ਜਿਹੜੀ ਵੀ ਜੂਨ ਮਿਲੀ ਹੈ, ਚਾਹੇ ਪ੍ਰੇਤ ਦੀ ਜੂਨ ਮਿਲੀ ਹੈ, ਚਾਹੇ ਬੰਦੇ ਦੀ ਜੂਨ ਮਿਲੀ ਹੈ, ਚਾਹੇ ਪਸ਼ੂ ਦੀ ਜੂਨ ਮਿਲੀ ਹੈ, ਇਹ ਆਪਾਂ ਨੂੰ ਦਰਗਾਹ ਵਿੱਚੋਂ ਅਲਾਟ ਹੁੰਦੀ ਹੈ। ਜਿੰਨੇ ਜਿਵੇਂ ਦੇ ਕਰਮ ਕੀਤੇ ਨੇ, ਉਹਦੇ ਕਰਮਾਂ ਦਾ ਹਿਸਾਬ ਲੇਖਾ ਜੋਖਾ ਕਰਕੇ ਧਰਮਰਾਜ ਉਹਨੂੰ ਅਗਲੀ ਜੂਨ ਦੇ ਵਿੱਚ ਪਾ ਦਿੰਦਾ। ਜਿੰਨਾ ਉਹਦਾ ਭੋਗ ਉਹਨੂੰ ਭੋਗਣਾ ਪੈਂਦਾ। ਦੂਸਰੀ ਜੂਨ ਨਹੀਂ ਇਸ ਤਰ੍ਹਾਂ, ਇਹ ਤਾਂ ਵਿਧਾਨ ਹੈ। ਦੂਸਰੀ ਜੂਨ ਹੁੰਦੀ, ਉਸ ਜੂਨ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਜਦੋਂ ਉਹਦੇ ਸਵਾਸ ਖਤਮ ਹੋਣਗੇ ਉਹ ਅਗਲੀ ਜੂਨ 'ਚ ਜਾ ਸਕਦਾ, ਪਹਿਲਾਂ ਨਹੀਂ। ਇਹ ਵੀ ਤੁਹਾਡੇ ਵਿੱਚ ਆ ਕੇ ਕੋਈ ਦੂਜਾ ਵੜ ਕੇ ਬਹਿ ਜੇ, ਆ ਵੀ ਕੋਈ ਜ਼ਿੰਦਗੀ ਨਾ ਜਿਉਣ ਦੇਵੇ। ਹੁਣ ਭੂਤ ਜਿਹੜੇ ਨੇ ਉਹ ਕਦੇ ਪ੍ਰਧਾਨ ਮੰਤਰੀ 'ਚ ਨਹੀਂ ਵੜੇ, ਕਿਸੇ ਮਿਲਟਰੀ ਅਫਸਰ 'ਚ ਨਹੀਂ ਵੜੇ, ਕਿਸੇ ਬਿਜ਼ਨਸਮੈਨ ਦੇ ਨਹੀਂ ਵੜੇ, ਪਾਇਲਟ ਦੇ ਨਹੀਂ ਕਿਸੇ ਵੜੇ,
ਹੈ ਜੀ। ਸਾਰੇ ਉਹਨਾਂ ਦੇ ਵੜਦੇ ਨੇ ਜਿਨ੍ਹਾਂ ਦੇ ਘਰ ਕੋਈ ਬਿਮਾਰੀ ਏ, ਕਿਸੇ ਦੇ ਘਰ ਕਰਜ਼ਾ ਚੜਿਆ ਹੋਇਆ, ਕਿਸੇ ਦੇ ਘਰ ਕੋਈ ਜਿੱਥੇ ਕਮੀ ਹੁੰਦੀ, ਉਹ ਅੱਗੇ ਹਨੇਰਾ ਵੇਖਦਾ, ਜੀਵ ਡਿਪਰੈਸ਼ਨ ਦੇ ਵਿੱਚ ਆ ਕੇ ਸਰੀਰ ਦੇ ਉੱਤੇ ਲੋਡ ਲੈ ਜਾਂਦਾ। ਇਸ ਕਰਕੇ ਜਿਹੜਾ ਇਹ ਸਕੈਮ ਹੈ, ਜਦੋਂ ਫਿਰ ਉਹ ਜੀਵ ਨੂੰ ਤੁਸੀਂ ਇਸ ਤਰ੍ਹਾਂ ਠੀਕ ਕਰਕੇ ਉਹਨੂੰ ਸਿਮਰਨ ਕਰਾਓਗੇ, ਧੁਨ ਵਿੱਚ ਧਿਆਨ ਧਰ ਕੇ ਪਰਿਵਾਰ ਸਾਰਾ ਸਿਮਰਨ ਕਰੇਗਾ, ਜਿਹਦੇ ਅੰਦਰ ਭੂਤ ਪ੍ਰੇਤ ਆਉਂਦਾ ਸੀਗਾ, ਨਾਮ ਮਾਤਰ ਹੈ ਨਹੀਂ ਸੀ ਕੁਛ, ਉਹਨੂੰ ਸਿਮਰਨ ਕਰਾਓਗੇ। ਸਿਮਰਨ ਦੀ ਧੁਨ ਵਿੱਚ ਧਿਆਨ ਧਰ ਕੇ ਜਦੋਂ ਅਭਿਆਸ ਕਰੀਏ, ਸਿਮਰਨ ਸਾਰਾ ਇਹ ਪਾਉਣ ਦਾ ਸਰਕਲ ਤੇ ਖੱਟ ਚੱਕਰਾਂ ਨੂੰ ਖੋਲ ਦਿੰਦਾ। ਜਿੱਥੇ ਕੋਈ ਮਾੜੀ ਮੋਟੀ ਪੌਣ ਰੁਕਦੀ ਸੀ, ਉਹਦਾ ਦਿਮਾਗ ਨਸਾਂ ਕਮਜ਼ੋਰ ਹੋਈਆਂ ਜਾਂ ਪੌਣ ਦਾ ਬੈਲੈਂਸ ਗਲਤ ਹੁੰਦਾ ਸੀ, ਸਿਮਰਨ ਕਰਕੇ ਉਹ ਬੈਲੈਂਸ ਸਾਰਾ ਸਹੀ ਹੋ ਜਾਏਗਾ, ਉਹ ਜੀਵ ਬਿਲਕੁਲ ਠੀਕ ਹੋ ਜਾਏਗਾ। ਸਿਮਰਨ ਨਾਲ ਸਾਰੇ ਰੋਗ ਕੱਟੇ ਜਾਂਦੇ ਆ। ਤੇ ਥੋੜੇ ਟਾਈਮ ਬਾਅਦ ਹੀ ਆਖੇਗਾ ਵੀ ਮੈਨੂੰ ਤਾਂ ਬਸ ਪੰਜੇ ਹੀ ਫਸਾ ਲੈਂਦੇ ਸੀਗੇ। ਪੰਜੇ ਉਹਨੂੰ ਘੇਰ ਕੇ ਉਹਨੂੰ ਬੁਲਾਉਣਾ ਸ਼ੁਰੂ ਕਰ ਦਿੰਦੇ ਨੇ, ਫੁਰਨੇ ਦਿੱਤੀ ਜਾਂਦੇ ਆ, ਉਹ ਬੋਲੀ ਜਾਂਦਾ, ਮਾਣੀ ਪ੍ਰੇਤ ਬਣ ਜਾਂਦਾ। ਇਸ ਕਰਕੇ ਇਹ ਇੱਕ ਬੜਾ ਵੱਡਾ ਸਕੈਮ ਹੈ। ਇਹ ਬਹੁਤਿਆਂ ਨੂੰ ਇਹ ਬਰੀਕੀਆਂ ਸਮਝ ਨਹੀਂ ਆਈਆਂ, ਇਸ ਕਰਕੇ ਕਾਫੀ ਜਿਹੜੇ ਗਿਆਨੀ ਹੋਏ ਨੇ ਪਿਛਲੇ ਸਮੇਂ 'ਚ, ਉਹਨਾਂ ਨੇ ਨੈੱਟ ਤੇ ਵੀ ਆਖਿਆ ਹੋਇਆ ਜੀ ਉਹਦੇ ਵਿੱਚ ਫਲਾਣਾ ਮੁਸਲਮਾਨ ਬੋਲ ਪਿਆ ਸੀ, ਉਹਨੇ ਆਪਦਾ ਨਾਮ ਦੱਸਿਆ ਫਲਾਣਾ। ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੱਤਾ ਵੀ ਜਦੋਂ ਜੀਵ ਦੀ ਸੁਰਤੀ ਲੱਗੀ ਹੋਈ ਹੈ, ਅਸਮਾਨ ਤੱਤ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਪਈਆਂ ਨੇ, ਬਹੁਤ ਸਾਰੇ ਸਾਡੇ 4 ਯੁਗਾਂ ਦੇ ਆਕਾਰ ਪਏ ਨੇ, ਉਹ ਕਿਸੇ ਨਾ ਕਿਸੇ ਪੁਆਇੰਟ ਤੇ ਧਿਆਨ ਜਾ ਕੇ, ਜਿਵੇਂ ਰੇਡੀਓ ਆ, ਜਿੱਧਰ ਐਂਟੀਨਾ ਘਮਾਇਆ, ਕਈ ਵਾਰੀ ਉਹ ਮੌਸਮ ਸਾਫ਼ ਹੋਵੇ ਜਲੰਧਰ ਫੜ ਲੈਂਦਾ, ਕਦੇ ਮੈਟਰੋ ਫੜ ਲੈਂਦਾ। ਇਸ ਕਰਕੇ ਮਨ ਇੱਕ ਰੇਡੀਓ, ਜਦੋਂ ਸੁਰਤੀ ਦਾ ਬਹਾਅ ਹੋਇਆ, ਜਦੋਂ ਹਿਸਾਬ ਕਿਤਾਬ ਕਰਦਾ, ਉਦੋਂ ਹਿਸਾਬ ਕਿਤਾਬ ਕਰੀ ਜਾਂਦਾ, ਗ੍ਰਿਸ਼ਤ ਵਿੱਚ ਗ੍ਰਿਸ਼ਤ ਨਿਭਾਈ ਜਾਂਦਾ। ਇਸ ਤਰ੍ਹਾਂ ਜਦੋਂ ਥੱਲੋਂ ਸੁਰਤੀ ਨਿਕਲ ਕੇ ਉੱਪਰ ਗਈ, ਉਹਦੇ ਸਿਰ ਦੇ ਵਿੱਚ ਜਾ ਕੇ ਮੜੇ ਫੜ ਲਿਆ। ਨਾ ਕੋਈ ਭੂਤ ਹੈ, ਨਾ ਪ੍ਰੇਤ ਹੈ, ਇਹ ਇੱਕ ਮਨ ਦਾ ਵਿਗੜਿਆ ਹੋਇਆ ਬੈਲੈਂਸ। ਵੇਖੋ ਕਿੱਡਾ ਸਕੈਮ ਚੱਲਦਾ ਅੱਜ ਕੱਲ। ਫੋਨ ਤੇ ਵੀਡੀਓ ਆਉਂਦੀਆਂ ਨੇ, ਹਾਂ ਬਤਾ ਤੂੰ ਕੌਣ ਹੈ, ਉਹ ਐ ਹੱਥ ਕਰਦੇ ਨੇ, 100 ਬੰਦਾ ਥੱਲੇ ਡਿੱਗ ਪੈਂਦਾ। ਪੰਜਾਬ 'ਚ ਤਾਂ ਬੜਾ ਚੱਲ ਪਿਆ, ਸਾਡੇ ਹਰਿਆਣੇ 'ਚ ਤਾਂ ਅਜੇ ਇੰਨਾ ਨਹੀਂ ਹੈਗਾ। ਉਹਨਾਂ ਜਗ੍ਹਾ ਜਗ੍ਹਾ ਤੇ ਆਪਦੇ ਕੇਂਦਰ ਖੋਲ ਲੈ ਬਈ, ਇਹਦੇ 'ਚ ਬੁਰੀ ਆਤਮਾ ਆ ਗਈ ਹੈ, ਬੁਰੀ ਆਤਮਾ ਨੂੰ ਬਾਹਰ ਕੱਢਣਾ ਹੈ। ਆਪਣੇ ਪੰਜਾਬ 'ਚ ਵੇਖ ਲਓ, ਇੱਧਰ ਵੇਖ ਲਓ, ਪਹਾੜਾਂ ਪਾਸੇ ਵੇਖ ਲਓ, ਕਿੰਨੇ ਲੋਕ ਪਾਗਲ ਹੋਏ ਪਏ ਨੇ। ਸਾਡੇ ਘਰ ਜੀ ਬੁਰੀ ਆਤਮਾ ਦਾ ਸਾਇਆ, ਉਹ ਪੀਰ ਬੋਲਦਾ, ਹਾਲਾਂਕਿ ਕੁਛ ਵੀ ਨਹੀਂ ਹੈਗਾ। ਸੋ ਇਸ ਕਰਕੇ ਇਹ ਆਪਾਂ ਗੁਰਮਤ ਦੇ ਨਾਲ ਨਾਲ ਇਹ ਪੁਆਇੰਟਾਂ ਬਾਰੇ ਵੀ ਆਪਾਂ ਬੋਲਦੇ ਰਹਿੰਦੇ ਹਾਂ। ਅਸੀਂ ਤੁਹਾਨੂੰ ਦੱਸਿਆ, ਤੁਹਾਡਾ ਫਰਜ਼ ਹੈ ਹੁਣ ਤੁਸੀਂ ਇਹ ਗੱਲ ਅੱਗੇ ਸ਼ੇਅਰ ਕਰੋ, ਇਹਨੂੰ ਮੰਨ ਕੇ ਅੱਗੇ ਦੱਸੋ, ਭਲਾ ਕਰੋ ਲੋਕਾਂ ਦਾ, ਸ਼ਬਦ ਦਾ ਅਭਿਆਸ ਕਰਾਓ ਉਹਨਾਂ ਦੇ। ਸਾਰਾ ਸ਼ਬਦ ਦਾ ਅਭਿਆਸ ਖੱਟ ਚੱਕਰ ਤੇ ਪਾਉਣ ਦਾ ਬੈਲੈਂਸ ਠੀਕ ਕਰ ਦੇਗਾ ਤੇ ਠੀਕ ਹੋ ਜਾਣਾ। ਬਾਕੀ ਧੱਕੇ ਨਾਲ ਕੁਛ ਨੇ, ਕਈ ਵਾਰੀ ਹੁੰਦਾ ਪਿੰਡਾਂ ਵਿੱਚ ਅੱਜ ਕੱਲ ਰੋਜੀ ਰੋਟੀ ਚਲਾਉਣ ਵਾਸਤੇ ਵੀ ਇਹ ਪਖੰਡ ਕਰਦੇ ਨੇ, ਉਹ ਕੋਈ ਕਰੇ ਤੇ ਹੁੰਦਾ ਤਾਂ ਕੋਈ ਇਲਾਜ ਨਹੀਂ। ਅਗਲਾ ਜਿਵੇਂ ਕੱਲ ਤੁਹਾਨੂੰ ਆਖਿਆ ਨਾ ਵੀ ਅੱਜ ਕੱਲ ਸਿਮਰਨ ਕਰਾ ਕੇ ਤੇ ਆਨਲਾਈਨ ਕਲਾਸਾਂ ਲਾ ਕੇ ਪੈਸੇ ਬਣਾਉਂਦੇ, ਉਹ ਕਈ ਵਾਰੀ ਹੁਣ ਜਿਹੜਾ ਦਿਹਾੜੀਆਂ ਤੋਂ ਬਚਦਾ, ਸਾਡਾ ਦਿਹਾੜੀਆ ਹੁੰਦਾ ਸੀਗਾ, ਪਾਲੀ ਲੱਗਾ ਹੁੰਦਾ ਸੀ ਆਪਣੇ ਮੱਝਾਂ ਦਾ, ਉਹਨੇ ਆਖਿਆ ਵੀ ਮੱਝਾਂ ਦਾ ਪਾਲੀ ਲੱਗਿਆ, ਗੋਹਾ ਚੁੱਕਣਾ ਪੈਂਦਾ, ਦੁੱਧ ਚੋਣਾ ਪੈਂਦਾ, ਮੱਝਾਂ ਨਵਾਉਣੀਆਂ, ਤੇ ਸਾਲ ਦੇ ਵਿੱਚੋਂ ਕਿਤੇ 70-80 ਹਜ਼ਾਰ ਮਿਲਦਾ। ਉਹ ਇਸ ਤਰ੍ਹਾਂ ਸਿਰ ਸੁਰ ਘੁਮਾ ਕੇ ਤੇ ਪੁੱਛਣਾ ਦੇਣ ਲੱਗ ਪਿਆ। ਆ ਗੁਰਮੁਖ ਆਉਂਦੇ ਨੇ ਸਾਡੇ, ਉਹਨਾਂ ਨੂੰ ਵਿਖਾਇਆ ਪੂਰਾ 1.5 ਕਨਾਲ ਦੇ ਵਿੱਚ ਤਾਂ ਉਹਨੇ ਚੰਗਾ ਤਾਂ ਬਣਾ ਲਿਆ ਉਹ ਬਾਬੇ ਦੀ ਗੁਫਾ, ਤੇ ਵੀਰਵਾਰ ਦੇ ਵੀਰਵਾਰ ਐ ਢਿੱਗ ਲਾ ਲੈਂਦਾ ਪੈਸਿਆਂ ਦਾ, ਤੇ ਬਾਬਾ ਬਾਬਾ ਹੋਈ ਪਈ। ਜੇ ਕਿਸੇ ਨੇ ਉਹੋ ਜਿਹੇ ਲੱਛਣ ਕਰਨੇ ਆ ਵੀ ਆਪ ਤਾਂ ਪਾਗਲ ਹੈ ਹੀ ਤੇ ਦੂਜਿਆਂ ਨੂੰ ਹੋਰ ਨੂੰ ਬਣਾਉਣਾ, ਤੇ ਉਹ ਵੱਖਰੀ ਗੱਲ ਆ। ਬਾਕੀ ਜੇ ਕੋਈ ਵਾਕਿਆ ਹੀ ਹੈ ਗੁਰਮੁਖ, ਕੋਈ ਤੁਹਾਨੂੰ ਲੱਗਦਾ ਹੈ ਵੀ ਇਹ ਵਿਚਾਰੇ ਦੇ ਨਾਲ ਬੜੀ ਮਾੜੀ ਹੁੰਦੀ ਹੈ, ਅਗਿਆਨਤਾ ਹੁੰਦੀ, ਤੁਸੀਂ ਦੂਰ ਕਰਕੇ ਸ਼ਬਦ ਦਾ ਅਭਿਆਸ ਕਰਾ ਕੇ ਤੇ ਉਹਨੂੰ ਹਨੇਰੇ ਚੋਂ ਬਾਹਰ ਕੱਢਣਾ। ਸੋ ਇੰਨੇ ਵਚਨ ਕਰਦੇ ਹਾਂ, ਕੋਖਰ ਵਾਧਾ ਘਾਟਾ, ਸੰਗਤ ਗੁਰੂ ਬਖਸ਼ਣ ਜੋਗ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।